सुनो मत आवे, सो सतगुर माहे समाना। ये बाणी जो जियो जाने, तिस अंतर रवे हर नामा। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। मलार महला पंजवा, विश्वरत क्यों जीवे। ओए जीवन चित उलास, आस मिलबे की। चरण कमल रस पीवन, रहाओ। जिनको प्यास तुम्हारी प्रीतम, तिनको अंतर नाही। जिनको बिसरै मेरो राम प्यारा, से मुए मर जाही। मन तन रव रहया जगदीश्वर, देखत सदा हजूरे। नानक रव रहयो सब अंतर, सर्ब रहया पर पूरे। मन तन रव रहया जगदीश्वर, देखत सदा हजूरे। नानक रव रहयो सब अंतर, सर्ब
ਰਹਿਆ ਭਾਰੇ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ 1268 69 ਅੰਗ ਤੇ ਦਰਜ ਹੈ, ਇਸ ਦੀ ਵਿਚਾਰ ਗਿਆਨੀ ਹਰਨਾਮ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਸਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 7 ਫਰਵਰੀ ਨੂੰ ਹੈ, ਜੋ ਇਸੇ ਹੀ ਅਸਥਾਨ ਤੇ ਬਹੁਤ ਚਾਅ ਉਮਾ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਵੇਗਾ। ਬਾਲਾ ਸਾਹਿਬ ਹਸਪੀਟਲ, ਜੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਨਾਮ ਤੋਂ ਬਣਾਇਆ ਜਾ ਰਿਹਾ ਹੈ, ਇਸ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਇਸ ਸੇਵਾ ਦੇ ਵਿੱਚ ਤਨ ਮਨ ਧਨ ਨਾਲ ਹਿੱਸਾ ਪਾ ਕੇ ਆਪਣੀ ਮਾਇਆ, ਆਪਣੀ ਕਾਇਆ ਸਫਲੀ ਕਰੋ। ਵਲੰਟੀਅਰ ਸੇਵਾ ਵਾਸਤੇ ਆਪ ਜੀ ਆਪਣਾ ਨਾਮ, ਟੈਲੀਫੋਨ ਨੰਬਰ, ਫੋਟੋ, ਪਹਿਚਾਣ ਪੱਤਰ ਦੀ ਕਾਪੀ ਦੇ ਕੇ ਸੇਵਾ ਲੈ ਸਕਦੇ ਹੋ। ਆਓ ਯਤਨ ਕਰੀਏ ਸਾਰੇ ਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਖੁਸ਼ੀਆਂ ਲਈਏ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ तेरे कवन कवन गुण कह कह गावा, तू साहिब गुणी निधाना, तुमरी महिमा बरनना साकों, तू ठाकुर ऊच भगवाना, तेरे कवन कवन गुण कह कह गावा, तू साहिब गुणी निधाना, तुमरी महिमा बरनना साकों, तू ठाकुर ऊच भगवाना। शब्दावतार बाणी ते बोहित, जुगोह जुग अटल, परम सन्मान योग, परम सत्कार योग, जबर छतर तख्त के मालिक, साहिबे कबाल, साहिबे बरकत, साहिबे कमाल, मुर्शिदे कामल, कामले रहबर, रोशने चिराग नूरे नजर, पीरां दे पीर, बाबियां दे बाबे, जोगियां दे जोगी, नाथां दे नाथ, रहबरां दे रहबर, गुरुआं दे गुरु, ज्ञान दे सागर, समुची मनुखता दे साझा आत्मक भंडार, साहिब गुरु ग्रंथ साहिब जी दी पावन हजूरी तो महान सतगुरु अठवें पातशाह अष्टम बलबीरा बाला प्रीतम साहिब गुरु हरकृष्ण साहिब जी दे पावन पवित्र इतिहासक गुरु की कथा सुन रही
सन्मान योग साध संगत जियो, गुरु की बख्शी फतेह बुलाओ। वाहिगुरु जी का खालसा, वाहिगुरु जी की फतेह। सफल 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 भई यात्रा, आवन जान रहे मिले साधा। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਮੇਰੀ ਯਾਤਰਾ ਸਫਲ ਹੋ ਗਈ। ਆਉਣ ਜਾਣ ਦੇ ਗੇੜ ਤੋਂ ਮੈਂ ਬਚ ਗਿਆ ਹਾਂ ਤੇ ਮਾਲਕ ਵਾਹਿਗੁਰੂ ਜੀ ਨਾਲ ਇੱਕ ਮਿੱਕ ਹੋ ਗਿਆ ਹਾਂ। ਅੱਜ ਦੇ ਸ਼ਬਦ ਦੀ ਵਿਚਾਰ ਕਰਨ ਲਈ ਸਾਨੂੰ ਇਸ ਯਾਤਰਾ ਨੂੰ ਸਮਝਣਾ ਪੈਣਾ ਹੈ, ਕਿਉਂਕਿ ਵਿਛੋੜੇ ਦੀ ਗੱਲ ਹੈ, ਪਿਆਸ ਦੀ ਗੱਲ ਹੈ। ਵਿਛੋੜਾ ਬਾਣੀ ਮਿਟਾਉਂਦੀ ਹੈ, ਦੁਨਿਆਵੀ ਪਿਆਸ ਪਾਣੀ ਬੁਝਾਉਂਦਾ ਹੈ। ਯਾਤਰਾ ਕੀ ਹੈ? ਜਿਸ ਤਰ੍ਹਾਂ ਸਮੁੰਦਰ ਤੋਂ ਪਾਣੀ ਬੁਖਾਰਾਤ ਬਣ ਕੇ ਉੱਡਦਾ ਹੈ, ਬੱਦਲ ਬਣਦਾ ਹੈ, ਹਵਾਵਾਂ ਉਡਾ ਕੇ ਦੂਰ ਦੂਰ ਤੱਕ ਲੈ ਜਾਂਦੀਆਂ ਨੇ ਬੱਦਲਾਂ ਨੂੰ। ਬੱਦਲ ਦੂਰ ਦੂਰ ਜਾ ਕੇ ਵਰਸਦੇ ਨੇ ਤੇ ਵਰਸਣ ਤੋਂ ਬਾਅਦ ਉਹੀ ਪਾਣੀ ਫਿਰ ਦਰਿਆਵਾਂ ਦੀ ਸੰਗਤ ਕਰਕੇ ਮੁੜ ਆਪਣੇ ਅਸਲੇ ਵੱਲ, ਆਪਣੇ ਤੱਤ ਵੱਲ, ਸਮੁੰਦਰ ਵੱਲ ਦੌੜਦਾ ਹੈ। ਜਿਸ ਪਾਣੀ ਨੂੰ ਦਰਿਆ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਪਹੁੰਚ ਮੁੜ ਕੇ ਸਮੁੰਦਰ ਤੱਕ ਹੋ ਜਾਂਦੀ ਹੈ। ਤੇ ਜਿਹੜਾ ਪਾਣੀ ਦਰਿਆਵਾਂ ਦੀ ਸੰਗਤ ਨਹੀਂ ਕਰਦਾ, ਕਿਤੇ ਛੱਪੜਾਂ ਟੋਏ ਟਿੱਬਿਆਂ 'ਚ ਕਿਤੇ ਰੁਕ ਜਾਂਦਾ ਏ, ਉਹਦੀ ਯਾਤਰਾ ਲੰਮੀ ਹੋ ਜਾਂਦੀ ਹੈ। ਉਹ ਫਿਰ ਕਿਤੇ ਗੰਦਾ ਹੁੰਦਾ ਏ, ਸੁੱਕਦਾ ਏ, ਫਿਰ ਉੱਡਦਾ ਏ, ਬੱਦਲ ਬਣਦਾ ਏ, ਫਿਰ ਵਰਸਦਾ ਏ, ਤੇ ਫਿਰ ਵੀ ਜੇ ਕਿਤੇ ਬੱਦਲਾਂ ਦੀ ਸੰਗਤ ਮਿਲ ਜਾਵੇ ਤਾਂ ਉਹਦੀ ਯਾਤਰਾ ਸਫਲੀ ਹੋ ਸਕਦੀ ਹੈ। ਬਿਲਕੁਲ ਇਉਂ ਮਨੁੱਖ ਦੀ ਯਾਤਰਾ ਹੈ। ਪਰਮਾਤਮਾ ਰੂਪੀ ਸਮੁੰਦਰ ਤੋਂ ਇਹ ਆਤਮਾ ਰੂਪੀ ਬੂੰਦ ਜਦ ਵਿਛੜਦੀ ਹੈ, ਵੱਖ ਹੁੰਦੀ ਹੈ, ਜਗ੍ਹਾ ਜਗ੍ਹਾ ਜਾ ਕੇ ਜਨਮ ਲੈਂਦੀ ਹੈ, ਤੇ ਫਿਰ ਦੁਬਾਰਾ ਇਹਦੀ ਯਾਤਰਾ ਆਰੰਭ ਹੁੰਦੀ ਹੈ। ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਮਿਲ ਗਈ, ਗੁਰੂ ਦਰਿਆ ਦੀ ਸੰਗਤ ਮਿਲ ਗਈ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਈਐ ਪੂਰਾ ਨਾਮਨ, ਪਸ਼ੂ ਪਰੇ ਤੋਂ ਦੇਵ ਕਰੇ। ਜਿਸ ਨੂੰ ਦਰਿਆ ਦੀ ਸੰਗਤ ਮਿਲ ਗਈ, ਗੁਰੂ ਨਾਲ ਜੋ ਰਲ ਗਿਆ, ਗੁਰੂ ਉਹਨੂੰ ਸਿੱਧਾ ਪਰਮਾਤਮਾ ਰੂਪੀ ਸਮੁੰਦਰ ਤੱਕ ਵਾਪਸ ਪਹੁੰਚਾ ਦਿੰਦਾ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਤੇ ਟੋਏ ਟਿੱਬੇ, ਮੜੀਆਂ ਮਸਾਣਾ ਜਾਂ ਹੋਰ ਸਾਧਨਾ ਦੇ ਚੱਕਰ 'ਚ ਪੈ ਜਾਂਦਾ ਏ, ਜਾਦੂ ਟੋਨੇ ਜੋਤਿਸ਼, ਉਹ ਇਉਂ ਜਾਣੋ ਜਿਸ ਤਰ੍ਹਾਂ ਛੱਪੜਾਂ ਦੇ ਵਿੱਚ ਟੋਏ ਟਿੱਬਿਆਂ ਦੇ 'ਚ ਫਸ ਗਿਆ ਤੇ ਉਹਦੀ ਯਾਤਰਾ ਲੰਮੀ ਹੋ ਗਈ। ਕਈ ਜਨਮ ਪਹਿ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਇਤਨੀ ਲੰਮੀ ਯਾਤਰਾ। ਕਹਿੰਦੇ ਨੇ ਨਾ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਜਦ ਪੰਕਤੀ ਪੜ੍ਹਦੇ ਹਾਂ, ਛੇਤੀ ਸਾਨੂੰ ਭੁਲੇਖਾ ਪੈਂਦਾ ਵੀ ਲੰਮੀ ਦੂਰ ਤੋਂ ਚੱਲ ਕੇ ਆਇਆ, ਦੂਰੀ ਤੈਅ ਕਰਕੇ ਆਇਆ। 15 ਕਿਲੋਮੀਟਰ ਘਰ ਦੂਰ ਹੈ, 25-50 ਕਿਲੋਮੀਟਰ। ਕੋਈ ਕਲਕੱਤੇ ਬੰਬੇ ਤੋਂ ਵੀ ਫਲਾਈਟ ਲੈ ਕੇ ਆ ਜਾਂਦਾ ਹੈ ਐਤਵਾਰ ਵਾਲੇ ਦਿਨ ਬੰਗਲਾ ਸਾਹਿਬ, ਸੀਸਗੰਜ ਸਾਹਿਬ ਦਰਸ਼ਨ ਕਰਨ, ਸੋਚਦਾ ਬੜੀ ਦੂਰ ਤੋਂ ਆਇਆ। ਇਹ ਕਾਹਦੀ ਦੂਰੀ ਹੋਈ? ਹੁਣ ਤੇ ਜੇ 7 ਸਮੁੰਦਰ ਪਾਰ ਵੀ ਜਾਣਾ ਹੋਵੇ 7 ਘੰਟੇ ਦੇ 'ਚ ਬੰਦਾ ਇੰਗਲੈਂਡ ਪਹੁੰਚ ਜਾਂਦਾ ਹੈ। ਇਹ ਕਾਹਦੀ ਦੂਰੀ? ਇਹ ਦੂਰੀ ਨਹੀਂ।
ये दूरी ओ है किरत कर्म के विछड़े कर कृपा मिल हो राम। चार कुंट तह दिस भर में थक आए प्रभ की शाम। ये दूरी है कई जन्म पह कीट पतंगा, कई जन्म गजमीन कुरंगा। कितने जन्म भटक भटक के फेर किते तैनू भागां नाल मनुखा देह ही मिल गई। हुण तू गुरु दरिया दी संगत मान सकदा सी, हुण तू गुरु ग्रंथ साहब जी दी गोद च बैठ सकदा सी, गुरु नाल रल के ते तुर के तू पुज सकदा सी परमात्मा रूपी समुंदर तक। तेरी यात्रा सफल हो जाती, पर तेरी ते हालत हो गई कि तू गुरु तो विछड़ गया। ते जद गुरु तो विछड़ गया ते फिर तेरी हालत उही बन गई जिस तरह विछड़े हुए पानी दी छपड़ा दे विच छोटे छोटे टोए टिबियां दे विच वो पानी सुकदा है। पहला ते गंदा हुंदा है ना, जिथे भी छोटा जिहा कोई तालाब देखोगे पानी दा, ओदी हालत की हो जाती है, अक्सर सुकदियां सुकदियां पहला बहुत गंदा हो जाता है। ਉਹਦੇ ਚ जानवर पता नहीं कई प्रकार दी गंदगियां पैंदियां ने, गंदा हुंदा है, फिर उड़दा है, फिर सुकदा है, बदल बन के बरसदा है। ਉਹੀ हालत अज दे मनुख दी है। अज दा शब्द एक नक्शा चित्र रहा है कि जिहड़ा मालक वाहिगुरु जी तो विछड़ गया ਉਹਦਾ ਕਾਹਦਾ जीवन होया। बस इस विचार नूं लैके आपां ने चलना है। एकाग्रता तुहाडी बहुत मिल रही है, रुत बड़ी मिठी है बाहर भी, ते गुरु दी हजूरी ते हमेशा ही बसंत बनया हुंदा है। भागां वाले भी बन जाओ जिहड़े मत्थे टेक रहे हो, गुरु दी देग लै रहे हो, या जोड़ा कर जोड़े जमा करवा रहे हो, कुछ समा टिक के बैठ जाओ। मन जे किते भटक रहा है, मन नूं आवाज मारो, मन परदेसी वे प्यारे आओ घरे, ते एक वारी गज के आखो सतनाम श्री वाहिगुरु। एक वारी फिर आखो सतनाम श्री वाहिगुरु। मलार महला पंजवां। मलार राग दे च साहिब गुरु अर्जन देव साहब जी का पावन शब्द है। साहिब कहंदे विचुरत क्यों जीवे ओए जीवन। वाहिगुरु तो विछड़ के वो मनुख किहो जा जीवन जिएगा, किस तरह जी सकता है। जिथे जीवनों मैं जीवन पाया, उस मालक वाहिगुरु जी का नाम जप के जे असल जीवन की प्राप्ति होती है, तो फिर उस तो विछड़ के जीवन काहदा होया। गुरु नानक देव साहब जी कहते कि मैं तो उस तो एक छिन्न भी नहीं विछड़ता। तू दरियाओ दाना बीना, मैं मछली कैसे अंत लाहा। तू तो एक दरिया है, मैं तो निक्की जी मच्छी हाँ, ते मेरा तो जीवन तेरे करके है। तेरे तो विछड़ जावां तुझते निकसी फूट मरा, तेरे तो विछड़दे ही मैं मर जावांगा। ते जे विछड़दे ही मर जावांगा ते फिर विछड़ांगा क्यों। ये वखरी गल है कि सानू आम मनुख नूं मुरदियां वाला जीवन जीण दी आदत पै गई है। ये हा ना गुरु अर्जन देव साहब जी ने अत सुंदर होवे तू बहुत सोहना। कुलीन उच्ची कुल वाला कुल दा बड़ा मान करते हैं अजकल लोग। चतुर सियाणा होण दा, चतुर होण दा बड़ा मान करते हैं। दो चार गल्लां ज्ञान दियां करनियां आ जाण, बड़ा मान हो जाता बंदे नूं। ऐसे लोग वेखे कि इहो जे लोकां नूं तुसीं फतेह भी बुला दिओ ना, ते उन्हां दी जुबान तो फतेह भी नहीं निकलदी। वो कहंदे ठीक है भावें गुरु कह रहा हो, रहतनामा कह रहा हो, आज्ञा आवत सिंह जो पावै वाहिगुरु की फतेह बुलावै, पर वो इतने कठोर हो चुके ने, वो बिल्कुल गड़े बन चुके ने, ते उन्हां दे अंदरों फतेह भी नहीं निकलदी। एक भेत समझ लेना अज दा शब्द जो सानू समझा रहा है। देखो मनुख अरदासां करदा है कि मालक वाहिगुरु किरपा कर, बिल्कुल इउं जिस तरह किसान हुंदा ना,
वो किसानी करदा, उन्हें फसल बीजी ते बार बार उपर बदलों वाल वेखदा है, मता किते बदल मींह बरसा देन, मेरा खेत सिंजिया जाए, मेरी फसल सिंजी जाए ते मैनू अनाज की प्राप्ति हो जाए। भावें गुरु ने कह दिता क्या उठ उठ देख बपड़े, इस मेघे हथ किच नाही, जिन्हें मेघ पठाया तिस राखो मन माहे। ऐ किसान, इस बदल दे हथ विच भी कुछ नहीं, जिस वाहिगुरु ने बदल बनाया है ना, ओनू तू अपने चित्त च रख। पर कौन समझावे? बंदे नू ते केवल बदल ही नजर आ रहा है ना, ते आस करके उपर वेखदा है मीह वरेगा, ते किते बूंदा पैणियां आरंभ हो गई। किसान दी खुशी दा आरा पार नहीं रह गया, मेरी फसल सिंजी जाएगी। पर बदकिस्मती, पता नहीं नीयत किहो जी, कर्म किहो जे, वरियां ते बूंदा सन, पर बूंदा खेत तक पुजदियां पुजदियां गड़े बन गईयां। आस ते ए ला ही बैठा सी किसान कि मैनू अनाज प्राप्त होवेगा, फसल सिंजी जाएगी, पर गड़े पैण नाल वो फसल तबाह हो गई। वो किसान त्रहा उठिया, तड़प उठिया, पुकार उठिया कि इस तो चंगा ना ही मीह पैंदा, मेरी फसल तो बर्बाद ना होती। बस हालत वही है साडी। गुरु ते किरपा रूपी मीह बरसाउंदा है, गुरु बदल हर वेले किरपा बरसाउंदा है, इस वेले भी बरस रही है। झिम झिम बरसै अमृत धारा, मन पीवै सुन शब्द विचारा। पर किते न किते माड़ी नीयत, माड़े कर्म, वो अहंकार अंदर पैदा होया, मनुख दे प्यार पैदा ना होया। ते जिथे प्यार नहीं उत्थे निरंकार नहीं, जिथे प्यार है उत्थे निरंकार है, जिथे प्यार नहीं अहंकार है उत्थे ते निरंकार हो ही नहीं सकता। बिल्कुल यही हालत है कि जिस तरह समुंदर तो बूंदा बुखारात बन के उड्डियां ते वरसियां दरिया की संगत लैके समुंदर तक पुज गईयां, पर जेड़ी बूंदा गड़े बन गईयां सन, ओले बन गईयां सन, वो दरिया की संगत नहीं कर पाईयां। वो किते एक एक पासे वो गड़े पए रह गए। याद रखना, गड़े कदी भी बहन नहीं बनते। गड़ियां दी जब तक गड़े बने रहणगे तद तक उन्हां दी पहुंच दरिया तक भी नहीं हो सकती ते समुंदर तक भी नहीं हो सकती। उन्हां नूं अपना कठोरपना छड्डना पैना है। ते बड़े कमाल दे बचन बाबा कबीर साहब जी दे, कहंदे ओरा घर पानी पया, धुल मिल जल होए। सजना, ओरा ओले, ओला जद गल गया, पानी बन गया, वो ढल गया, ते जिस वेले पानी बन गया ना, उस वेले किते उन्हों भी किसी वहन की प्राप्ति हो गई ते समुंदर तक पुज गया। है बंदे, तू भी परमात्मा रूपी समुंदर की आत्मा रूपी एक बूंद है। कर्म तेरे माड़े, नीयत तेरी माड़ी, तू गुरु तो विछड़ गया ते जीवन तैनू जिहो जा मिलना चाहिए सी ना, पानी वर्गा कोमल, पानी वर्गा निर्मल, वो नहीं रहा। तू गड़ा बन गया। गड़ा क्यों बन गया? काम, क्रोध, लोभ, मोह, अहंकार। अहंकार ने तैनू इतना कठोर बना दिता कि तू हुण गलना ही नहीं चाहता। हुण गले तां ना जे गुरु की संगत प्राप्त हो गए, गुरु की ज्ञान रूपी तपश कुछ तैनू मिले ते तू गले।
ਜਿਹੜਾ ਵਿਛੜਦਾ ਹੈ ਨਾ, ਉਹਦੀ ਹਾਲਤ ਇਹੋ ਜਾਂਦੀ ਹੈ। ਇਹ ਪਿੱਛੇ ਆਪਾਂ ਮਾਘੀ ਵਾਲਾ ਦਿਨ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਮਨਾ ਆਏ ਆ। ਕਹਿੰਦੇ ਸਿੰਘਾਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨੇ। ਕਿਉਂਕਿ ਕਿਤੇ ਇਹੋ ਜਿਹੇ ਲੋਕਾਂ ਦੀ ਸੰਗਤ ਪ੍ਰਾਪਤ ਹੋ ਗਈ ਸੀ ਉਹਨਾਂ ਨੂੰ, ਕੁਝ ਮਨਮੁਖ, ਕੁਝ ਵਿਛੜੇ ਹੋਏ, ਤੇ ਮਨ ਕਠੋਰ ਹੋ ਗਿਆ ਸੀ, ਮਨ ਗੜਾ ਬਣ ਗਿਆ ਸੀ। ਉਦੋਂ ਹੀ ਵਿਛੋੜਾ ਪੈ ਗਿਆ। ਵਿਛੋੜਾ ਇੱਕ ਵੱਡਾ ਦੁੱਖ ਹੈ। ਬਸ ਵਿਛੋੜਾ ਪੈਣ ਦੀ ਦੇਰ ਸੀ ਗੁਰੂ ਤੋਂ, ਤੇ ਦੁੱਖਾਂ ਚ ਪੈ ਗਏ। ਗੁਰੂ ਵਾਹਿਗੁਰੂ ਤੋਂ ਬੇਮੁਖ ਹੋਏ, ਰਾਮ ਤੇ ਲੱਗਨ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਤੇ ਜਦ ਵਿਛੜ ਕੇ ਦੌੜੇ ਨੇ, ਗੜੇ ਬਣ ਕੇ ਦੌੜੇ ਨੇ, ਤੇ ਪਿੰਡਾਂ ਵੱਲ ਗਏ, ਸੋਚਿਆ ਕਿ ਅਸੀਂ ਤੇ ਜਾਨਾਂ ਬਚਾ ਕੇ ਚੱਲੇ ਆ, ਤੇ ਸਾਡੀ ਪਤਨੀ, ਭੈਣਾਂ, ਬੇਟੀਆਂ, ਮਾਵਾਂ ਸਿਰ ਤੋਂ ਪਾਣੀ ਵਾਰ ਕੇ ਪੀਣਗੀਆਂ ਵੀ ਮੌਤ ਤੋਂ ਬਚ ਕੇ ਆ ਗਏ ਨੇ। ਪਰ ਇਹਨਾਂ ਨੂੰ ਕੀ ਪਤਾ, ਜਦ ਘਰਾਂ 'ਚ ਪਤਾ ਲੱਗਾ ਬੀਬੀਆਂ, ਭੈਣਾਂ ਨੂੰ, ਮਾਤਾਵਾਂ ਨੂੰ ਕਿ ਗੁਰੂ ਨੂੰ ਪਿੱਠ ਵਿਖਾ ਆਏ ਨੇ, ਇਹੋ ਜਿਹੇ ਇਹਨਾਂ ਦੇ ਹਿਰਦੇ ਕਠੋਰ ਹੋ ਗਏ ਨੇ, ਤੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ। ਇੱਥੇ ਤੱਕ ਕਹਿ ਦਿੱਤਾ ਜਗਾਉਣ ਲਈ ਕਿ ਤੁਸੀਂ ਵੰਗਾਂ ਪਾ ਕੇ ਘਰ ਬੈਠੋ, ਅਸੀਂ ਜਾਵਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨਾਲ ਜੰਗ ਦੇ ਮੈਦਾਨ ਵਿੱਚ ਅਸੀਂ ਉਤਰਾਂਗੇ। ਤੇ ਮਾਈ ਭਾਗ ਕੌਰ ਨੇ ਉਹ ਵੀਰ ਰਸ ਦਾ ਛਿੱਟਾ ਮਾਰਿਆ ਕਿ ਜਿਹੜੇ ਮਨ ਗੜੇ ਬਣ ਚੁੱਕੇ ਸਨ, ਜਿਹੜੇ ਓਲੇ ਕਠੋਰ ਬਣ ਚੁੱਕੇ ਸਨ, ओरा कर पानी पया, वो पिघल गए। एकदम जागे कि गुरु दरिया तो विछोड़ा पै गया सानू। ते जे गुरु दरिया तो विछोड़ा पै गया, इत्थे ते रोज कहा जांदा किरत कर्म के विछड़े, माड़े कर्मां दे करके असीं विछड़े होए हां। इत्थे पुकार हो रही कर कृपा मिलो राम, असीं भी पुकार करिए, असीं दोबारा उस गुरु दरिया नूं मिलीए। की होया, अज भी मरना, कल भी मरना। ते जे गुरु नाल मिलांगे ते गुरु दी संगत करके परमात्मा वाहिगुरु जी तक साडी भी पहुंच हो जाएगी। हुण गुरु किन्ना क बख्शंद है। सतगुरु साहब गुरु गोबिंद सिंह साहब आनंदपुर साहब तो तुरे ने, परिवार विछोड़ा होया, सरसा नूं चीर के निकले। चमकौर दी जंग, बड़े साहबजादियां दे शहीद होए पवित्र शरीर, सिंघां दे शरीर लंघ के निकले, माछी वाले दा जंगल चीर के गए ने। बड़ा लम्मा पैंडा करदियां होया किते राए कल्ले कोल, किते किते खिदराणे दी ढाब तक पुजे, सब कुछ गवाए ने। पर वो जिहड़ा बेदावे वाला लिखिया कागज सी ना, वो सतगुरु ने सांभ के अपने कमर कसे च रखिया होया सी। ते आप नूं पता होवे किस तरीके दे नाल वो सिंह पुजे, अपनी जाना वारियां। एक एक सिंह जिहड़ा है उन्हें अपने आप नूं एक वचन दे दिता सी, अरदास कर दिती सी कि जद तक साडी जान शरीर विच एक बूंद भी खून दी है, तद तक कोई दुश्मन गुरु तक नहीं पुज सकेगा। साडी लाशां नूं लोथां नूं लंघ के ते कोई जा सकेगा, उस तो पहला नहीं। ते जाना वारियां, जंग भी जित्ती गई। उदों सतगुरु गुरु गोबिंद सिंह साहब जी उतरे, खिदराणे दी ढाब तो थले उतर के जद एक एक सिंह नूं वेखदे ने ते सिर अपनी गोद च लैके मूँह पुंजदे ने, असीसां दिंदे ने। किसे नूं 5000 ही, किसे नूं 10,000 ही, किसे नूं 20,000 ही। पर भाई महा सिंह
सामने मौत है, क्योंकि इतना जख्मी हो गए सन जंग करदियां कि कई मुगलों नूं मार के खत्म करके धरती ते डिगे सन। पर देखो अंदर दी विल पावर, विल कॉन्फिडेंस, जिहड़ी चढ़दी कला हुंदी है ना, गुरु उत्ते भरोसा, वाहिगुरू उत्ते भरोसा, वो छेती किते विछड़न नहीं दिंदा। इहो जे सूरबीर सूरमे जिहड़े हुंदे ने, उन्हां दे सामने तां मौत भी तरले लैंदी है। बाबा दीप सिंह जी ने कि निश्चय कर लिया, अरदास कर ली कि जद तक दरबार साहब नूं आजाद नहीं करवा लैंदा, तद तक सतगुरु ये शरीर नहीं छड्डना। ते आप नूं पता होवे इहो जी जंग होई, जिहड़ा नौजवान पठान सूरमा सामने आया सी, ऐसा वार 75 साल दे इस बुजुर्ग जवान ने कीता कि उहदा सिर उड़दा होया दूर जाके डिगया, पर उहदा भी वार होया। पर बाबा दीप सिंह ने सीस नूं संभाल लिया। दरबार साहब नूं जद तक आजाद नहीं कराया, ऐसी चढ़दी कला सी कि लड़दे रहे। बिल्कुल इउं भाई तारू सिंह ने सोच लिया सी, भाने खोपड़ ला दिता, पर यह सोच लिया सी कि मालक वाहिगुरू साहिब गुरु गोबिंद सिंह साहब जद तक उस जालम दी जान नहीं जाती, शरीर मैं भी नहीं छड्डांगा, जिन्हें खोपड़ लाहुण दा हुक्म दिता है। ते ओही होया सी। 22 दिन जिंदा रहे सन। जद 23वें दिन उस जालम दी मौत हुई, उस तो बाद भाई साहब जी ने शरीर छड्डिया। बिल्कुल इउं भाई महा सिंह ने ये सोच लिया सी कि यह मौत तू मेरे नेड़े नहीं ढुक सकती जब तक मेरा गुरु ना आ जाए, क्योंकि गुरु आवेगा तद ही ते बेदावा भाड़ेगा, तद ही ते विछोड़ा दूर होवेगा। एक विछोड़ा, एक दुख भूख, सब तो बड़ा दुख विछोड़ा है। दुखां दी गिनती जद आई है ना, ते सब तो पहला विछोड़े की गल आई है। सतगुरु साहब गुरु गोबिंद सिंह साहब जी पुजे ने, देखते ने सिंह दे सामने मौत तरले लै रही है। सिंह सूरमे ऐसे सन, मौत तो डरते नहीं सन, सगों डराउंदे सन। भाई मती दास जी वर्गे आरे नाल चीरिया जा रहा है, भाई दयाला जी वर्गे उबालिया जा रहा है, भाई सतीदास जी वर्गे रूह विच बलेट के साड़िया जा रहा है, भाई मनी सिंह वर्गे कि बंद बंद कट के शहीद किया जा रहा है। पर किते डरते ने मौत तो, मौत नाल ते मखौला करते ने। ताही लिखिया ना अदीब ने, दाद देती है गर्दिशे दौरां, जिंदगी एहतराम करती है, इश्क जब हद से गुजरता है, मौत भी झुक के सलाम करती है। इश्क जब हद से गुजरता है, मौत भी झुक के सलाम करती है। जद इश्क उथे पहुंच जाता ना, रते इश्क खुदाए रंग दीदार के, विसरिया जिने नाम ते भुए पहाड़ थिए। उदों कोई डरा नहीं सकता। हुणे ज्ञानी रंजीत सिंह गुरु हराय साहब जी दे प्रकाश पुरब की गल कर रहे सन। औरंगजेब वर्गा जालम बादशाह होवे, जिन्हें अपने मां बाप नूं पानी तो तरसा के मार दिता होवे, जिन्हें अपने भरावां नूं भैण नूं कतल कीता होवे, जिन्हें इहो जिहा कतले आम मचाया होवे कि कश्मीर तो लैके भारत वर्ष दे हर एक कोने तक हाहाकार मच गई होवे, ओहो जिहा औरंगजेब ते गुरु हराय साहब नूं डराउणा चाहे, किते है डर? गुरु हराय साहब जी ने कहा कि इहो जे औरंगे दे मत्थे असी नहीं लगना। ते उही कुछ गुरु हरकृष्ण साहब जी ने भी कीता सी। यही गुरुद्वारा बंगला साहब
ਜੇ ਗੁਰੂ ਨੂੰ ਮੌਤ ਨਹੀਂ ਡਰਾ ਸਕਦੀ ਨਾ, ਤੇ ਉਹਦੇ ਸਿੱਖਾਂ ਨੂੰ, ਸਿੰਘਾਂ ਨੂੰ ਕਿੱਥੇ ਡਰਾ ਸਕਦੀ ਹੈ। ਪਰ ਮੌਤ ਤੋਂ ਉਹ ਨਹੀਂ ਡਰਦੇ ਜੋ ਗੁਰੂ ਤੋਂ ਨਹੀਂ ਵਿਛੜਦੇ। ਇੱਥੇ ਅੱਧੀ ਘੜੀ ਔਰੰਗਾ ਦਰਵਾਜ਼ੇ ਤੇ ਖੜਾ ਰਿਹਾ ਸੀ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਰਵਾਜ਼ੇ ਬੰਦ ਕਰਵਾ ਲਏ ਸੀ ਕਿ ਅਸੀਂ ਔਰੰਗੇ ਦੇ ਮੱਥੇ ਨਹੀਂ ਲੱਗਣਾ, ਇਹਨੂੰ ਦੀਦਾਰ ਨਹੀਂ ਦੇਣੇ, ਦਰਸ਼ਨ ਨਹੀਂ ਦੇਣੇ। ਰਾਜਾ ਜੈ ਸਿੰਘ ਨੇ ਬੇਨਤੀਆਂ ਕੀਤੀਆਂ ਸਭ ਨੇ, ਪਰ ਨਹੀਂ। ਉਦੋਂ ਔਰੰਗਜ਼ੇਬ ਨੇ ਕਿਹਾ ਕਿ ਜੇ ਦਰਸ਼ਨ ਨਹੀਂ ਦੇਣੇ ਤੇ ਘੱਟੋ ਘੱਟ ਕੁਝ ਉਪਦੇਸ਼ ਹੀ ਕਰ ਦੇਣ। ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਇਹ ਸ਼ਬਦ ਲਿਖ ਕੇ ਭੇਜਿਆ ਸੀ, ਕਿਆ ਖਾਦੇ ਕਿਆ ਪਹਿਨਦੇ ਹੋਏ, ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਆਵੇਂ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਐ ਔਰੰਗਜ਼ੇਬ, ਕੀ ਹੋਇਆ ਤੂੰ ਚੰਗਾ ਖਾਂਦਾ ਪੀਂਦਾ ਹੈ, ਮੈਦੇ ਦੀ ਬਣਾਈਆਂ ਚੰਗੀ ਵਸਤੂਆਂ ਖਾਂਦਾ, ਆਪਣੇ ਆਪ ਨੂੰ ਚੰਗੀ ਕਹਿ ਕੇ ਤੂੰ ਮਾਸ ਖਾਂਦਾ ਹੈ, ਤੂੰ ਸੁੰਦਰ ਸੇਜਾਂ ਉੱਤੇ ਸੌਂਦਾ ਹੈ, ਤੂੰ ਭੋਗ ਵਿਲਾਸ ਕਰਦਾ ਹੈ, ਮਹਿਲਾਂ ਚ ਰਹਿੰਦਾ ਹੈ। ਪਰ ਇੱਕ ਗੱਲ ਚੇਤੇ ਰੱਖੀ ਕਿ ਉਸ ਮਾਲਕ ਵਾਹਿਗੁਰੂ ਅੱਲਾ ਖੁਦਾ, ਉਸ ਰਾਮ ਸ੍ਰਿਸ਼ਟੀ ਚ ਰਮੇ ਹੋਏ ਦੇ ਨਾਮ ਤੋਂ ਬਿਨਾਂ ਸਭ ਕੁਝ ਹੀ ਇਹ ਝੂਠ ਦਾ ਪਸਾਰਾ ਹੈ। ਦਾਸ ਅਰਜ ਕਰ ਰਿਹਾ ਸੀ ਕਿ ਉਹ ਭਾਈ ਮਹਾਂ ਸਿੰਘ ਤੇ ਉਹਦੇ ਸਾਥੀ ਜੋ ਕਦੀ ਜਿਨ੍ਹਾਂ ਦੇ ਮਨ ਗੜੇ ਬਣ ਚੁੱਕੇ ਸਨ, ਮਾਈ ਭਾਗੋ ਦੀ ਇੱਕ ਬਾਣੀ ਤੇ ਗਿਆਨ ਦੀ ਮਾਰੀ ਫੁਹਾਰ ਨਾਲ, ਛਿੱਟਿਆਂ ਨਾਲ ਉਹ ਗੜੇ ਪਿਘਲ ਗਏ ਤੇ ਭੱਜੇ ਗੁਰੂ ਵੱਲ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁੱਜੇ ਨੇ, ਵੇਖਿਆ ਭਾਈ ਮਹਾਂ ਸਿੰਘ ਸਹਿਕਦਾ ਸੀ। ਸਤਿਗੁਰੂ ਨੇ ਵੀਰ ਆਸਨ ਲਾਇਆ, ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦੀ 'ਚ ਰੱਖਿਆ। ਇਹ ਕਿਹੜਾ ਗੁਰੂ ਹੈ? ਜੋ ਸਾਕਾ ਚਮਕੌਰ ਸਾਹਿਬ ਵਾਪਰਿਆ, ਬਾਬਾ ਅਜੀਤ ਸਿੰਘ ਵੱਡੇ ਪੁੱਤਰ ਤੇ ਦੂਜੇ ਪੁੱਤਰ ਜੁਝਾਰ ਸਿੰਘ ਦੇ ਸਰੀਰ ਪਏ ਨੇ, ਪਵਿੱਤਰ ਸਰੀਰ ਸ਼ਹੀਦ ਹੋਏ, ਟੋਟੇ ਟੋਟੇ ਹੋਇਆ ਸਰੀਰ ਪਿਆ ਹੈ ਬਾਬਾ ਜੁਝਾਰ ਸਿੰਘ ਦਾ, ਬਾਬਾ ਅਜੀਤ ਸਿੰਘ। ਪਰ ਗੁਰੂ ਨੇ ਉਦੋਂ ਥੱਲੇ ਬੈਠ ਕੇ ਸਿਰ ਵਿੱਚ ਗੋਦ ਚ ਲੈ ਕੇ ਉਦੋਂ ਪਿਆਰ ਨਹੀਂ ਸੀ ਕੀਤਾ। ਉਦੋਂ ਅਸੀਸ ਦੇਖ ਕੇ ਨਿਰਮੋਹ ਸਤਿਗੁਰੂ ਅੱਗੇ ਵਧ ਗਏ ਸਨ। ਪਰ ਸਿੱਖ ਨਾਲ ਕਿਹੋ ਜਿਹਾ ਪਿਆਰ ਹੈ, ਇਹ ਇਸ਼ਾਰਾ ਕਰਦਾ ਹੈ ਕਿ ਗੁਰੂ ਕੇ ਸਿੱਖਾ, ਤੂੰ ਤੁਰਿਆ ਤੇ ਸੀ ਮਾਲਕ ਵਾਹਿਗੁਰੂ ਜੀ ਤੋਂ ਇੱਕ ਬੂੰਦ ਬਣ ਕੇ, ਪਰ ਇਸ ਸੰਸਾਰ ਚ ਆ ਕੇ ਮਾੜੀ ਨੀਅਤ, ਮਾੜੇ ਕਰਮਾਂ ਕਰਕੇ ਗੜਾ ਬਣ ਗਿਆ, ਕਠੋਰ ਬਣ ਗਿਆ ਹੈ। ਤੇ ਜੇ ਕਿਤੇ ਅੱਜ ਵੀ ਤੂੰ ਉਹ ਕਠੋਰਪੁਣਾ ਛੱਡ ਦਵੇਂ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਗਿਆਨ ਦੀ ਤਪਸ਼ ਨਾਲ, ਜੇ ਕਿਤੇ ਤੇਰਾ ਅੰਦਰ ਬਾਣੀ ਨਾਲ ਪਾਣੀ ਵਰਗਾ ਬਣ ਜਾਵੇ। ਭਾਈ ਗੁਰਦਾਸ ਸਾਹਿਬ ਜੀ ਨੇ ਤੇ ਪੂਰਨ ਸਿੱਖ ਦੀ ਤੁਲਨਾ ਵੀ ਪਾਣੀ ਨਾਲ ਕੀਤੀ ਹੈ। ਹਰ ਪਾਣੀ ਦੇ ਗੁਣ ਉੱਥੇ ਗਿਣੇ ਨੇ ਉਹਨਾਂ ਨੇ, ਵੀ ਪਾਣੀ ਦੇ ਚ ਨਿਮਰਤਾ ਹੈ, ਸਿੱਖ ਦੇ ਚ ਵੀ ਨਿਮਰਤਾ ਹੋਣੀ ਚਾਹੀਦੀ ਹੈ। ਪਾਣੀ ਦੇ ਚ ਨਿਰਮਲਤਾ ਹੈ, ਪਾਣੀ ਕਦੀ ਵੀ ਮੈਲਾ ਨਹੀਂ ਹੁੰਦਾ। ਤੁਸੀਂ ਕੱਪੜੇ ਧੋ ਲਓ, ਸਰੀਰ ਦੀ ਮੈਲ ਧੋ ਦੇਗਾ, ਕੱਪੜਿਆਂ ਦੀ ਮੈਲ ਧੋ ਦੇਗਾ, ਕੁਝ ਸਮਾਂ ਤੁਹਾਨੂੰ ਮੈਲਾ ਨਜ਼ਰ ਆਵੇਗਾ, ਪਰ ਟੱਬ ਚ ਰੱਖ ਦੋ, ਮੈਲ ਥੱਲੇ ਬੈਠ ਜਾਵੇਗੀ, ਪਾਣੀ ਨਿਰਮਲ। ਕਿਤਨਾ ਵੀ ਗੰਦਾ ਕਰ ਦਿਓ, ਜਿਸ ਵੇਲੇ ਪਾਣੀ ਬੁਖਾਰਾਤ ਬਣ ਕੇ ਉੱਡਦਾ ਹੈ, ਬੱਦਲ ਬਣਦਾ ਵਰਸਦਾ, ਉਹ ਨਿਰਮਲ ਦਾ ਨਿਰਮਲ। ਤੇ ਪੂਰਨ ਗੁਰਸਿੱਖ ਵੀ ਇਹ ਹੁੰਦਾ ਹੈ। ਤੇ ਗੁਰੂ ਕੇ ਸਿੱਖਾ, ਤੂੰ ਪਾਣੀ ਬਣਨਾ ਹੈ, ਤੂੰ ਗੜਾ ਨਹੀਂ ਬਣਨਾ। ਕਿਉਂਕਿ ਗੜੇ ਨੇ ਹਮੇਸ਼ਾ ਨੁਕਸਾਨ ਕਰਨਾ ਹੁੰਦਾ, ਕਿਸੇ ਦਾ ਭਲਾ ਥੋੜਾ ਕੀਤਾ। ਕਈ ਵਾਰੀ ਦੇਖੋ ਅਚਾਨਕ ਗੜੇ ਪੈ ਜਾਣ ਨਾ, ਬੰਦੇ ਦੇ ਉੱਪਰ ਕੋਈ ਛੱਤ, ਕੋਈ ਆਸਰਾ ਨਹੀਂ। ਤੇ ਇਉਂ ਵੀ ਹੁੰਦਾ ਹੈ ਕਿ ਕੁਝ ਗੜੇ ਇਤਨੀ ਜ਼ੋਰ ਦੀ ਵੱਜਦੇ ਨੇ
कि बंदे नूं लहू लुहान भी कर दिंदे ने। गड्डियां दे शीशे टुट जांदे ने, घरां दे शीशे टुट जांदे ने, फसलां तबाह हो जांदियां ने। ऐसा ही तो है कि साडे बच्चे भी किते ना किते दुनिया च झात मार के वेखो, अज कोई भागां वाला है। गुरु दी कृपा सदका जे बच्चियां नूं नितनेम दे दिता है, गुरसिੱਖੀ जीवन मिल गया है, बाणी मिल गई है, तो बच्चे पानी वर्गे ने। वो फिर तुहाडी प्यास बुझाउंदे ने, माँ बाप दी आस पूरी करदे ने। पर जिन्हां ने ये कुछ नहीं कीता ना, उन्हां दे बच्चे बिल्कुल गड़े बन गए ने, एडे कठोर हो गए ने कि अज माँ बाप नूं जितना औलाद तड़पा रही है, उतना शायद कोई ना तड़पाउंदा होवे। पर शुक्र है मालक वाहिगुरू जी का, जे साडे बच्चे गुरबाणी नितनेम नाल जुड़े ने, गुरु नाल जुड़े ने, ते उन्हां दा अंदर निर्मल है, कोमल है। भाई महा सिंह गुरु गोबिंद सिंह साहब सतगुरु जी ने सिर अपने गोडे उत्ते रखिया, गोद च रखिया, अपने निजी रुमाल नाल मूंह पुंजिया ते कहा, होश संभाल धर्मी वीरा, तू रख विखाई है। तू मुड़िया गुरु वाल, गुरु तुठा है, मंग की मंगदा है? तेनू जीवन दे दिया, तू जिंदा रह के राज भाग माने, जो तू कह वो होवेगा। गुरु के सिख ने कहा, सतगुरु ये साह तेरे इंतजार विच अटके हुए सन, जे तुठे हो ते अज दुनियावी जीवन नहीं चाहता चाहिदा, मैं जीवन मुक्त होना चाहता हाँ। ते एक काम करो, जो टुट्टी सी उन्हों गंढ दिओ, बेदावा पाड़ दिओ। सतगुरु गुरु गोबिंद सिंह साहब जी ने बेदावा पाड़िया, कागज पाड़ के टोटे कीते ते क्यों हवा च उड़ा के कहा, सिंगा टुट्टी गंढी, टुट्टी गंढी, टुट्टी गंढी। गंढ लिया, अपने नाल जोड़ लिया, अपनी छाती नाल लाया, अपने सीने नाल लाया। बस इउं जानो जिस तरह महासिंह दे साह श्वास गुरु दे सीने च उतर गए, वो गुरु का सिंह गुरु दा ही रूप हो गया। जद इस अवस्था ते सिंह पहुंचदा है ना, उदों ही गुरु कहंदा, खालसा मेरो रूप है खास, खालसे में हो करो निवास। ते वो 40 मुक्ते, उन्होंने मुक्ति दी दात गुरु ने दिती। असी ते अपने मना उत्ते बेदावे लिखे हुए ने, उत्ते कागज ते लिखे हुए सन, पाड़ दिते गए। हुण ते कोई काम हो सकता, जब मन ते बेदावा लिख दिता है ते फिर मन गुरु नूं अर्पण करना है। मन बेचे सतगुर कै पास, तिस सेवक कै कारज रास। गुरु के सिंघो वापस मुड़ो, गुरु के सिंघो पानी दियां बूंदा बन के इकट्ठे हो, एक दरिया बनो। कल्ले कल्ले कठोर होके ते वखरे वखरे ना अपने सिद्धांत बनाओ, वखरे वखरे ना टुटे रहो। जे किते कोई दुविधा भी होवे, दुविधा दूर करो लिव लाए। कहा ना, गुरमुख बैठो सफा विछाए, दुविधा दूर करो लिव लाए। गुरसिखां इको प्यार, गुरमितां पुत्तां भाइयां। जद अंदर कठोरपना हट जावेगा, जद गड़े तो पानी बन जावांगे, फिर इकट्ठे हो जावांगे, फिर एक दरिया बन जावांगे, एक वहन बन जावांगे, ते फिर साडी पहुंच समुद्रां तक हुंदियां देर नहीं लगेगी। पर ਉਹਦੇ ਲਈ ਜ਼ਰੂਰਤ ਹੈ कि गुरु दी बाणी का आसरा लैके अंदर एक प्यास पैदा करिए
ਵਿਚਰਤ ਕਿਉਂ ਜੀਵੇ ਓਏ ਜੀਵਨ। ਉਹ ਗੁਰੂ ਕਾ ਸਿੱਖ ਗੁਰੂ ਤੋਂ ਵਿਛੜ ਕੇ ਕਿਸ ਤਰ੍ਹਾਂ ਜਿੰਦਾ ਰਹਿ ਸਕਦਾ ਏ, ਜਿਸ ਦੇ ਅੰਦਰ ਚਿਤ ਹੈ ਉਲਾਸ, ਆਸ ਮਿਲਵੇ ਕੀ ਚਰਨ ਕਮਲ ਰਸ ਪੀਵਨ। ਕਹਿੰਦੇ ਜਿਸ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਪਿਆਸ ਜਾਗੀ ਹੈ, ਆਸ ਜਾਗੀ ਹੈ, ਜੋ ਕਹਿੰਦੇ ਉਹਦੇ ਚਰਨ ਕਮਲਾਂ ਦੇ ਰਸ ਨੂੰ ਪੀਣਾ ਚਾਹੁੰਦਾ ਹੈ। ਸਾਹਿਬ ਅੱਗੇ ਕਹਿੰਦੇ ਰਹਾਉ ਦੇ ਕੇ ਜਿਨ ਕੋ ਪਿਆਸ ਤੁਮਾਰੀ ਪੀਤਮ ਤਿਨ ਕੋ ਅੰਤਰ ਨਾਹੀ। ਜਿਨ੍ਹਾਂ ਨੂੰ ਤੇਰੇ ਨਾਮ ਦੀ ਪਿਆਸ ਲੱਗ ਗਈ, ਤੈਨੂੰ ਮਿਲਣ ਦੀ ਤਾਂਘ ਲੱਗ ਗਈ, ਕਹਿੰਦੇ ਉਹਨਾਂ ਦੇ ਅੰਦਰ ਵਿੱਥ ਨਹੀਂ ਰਹਿ ਜਾਂਦੀ, ਤੇਰੇ ਤੋਂ ਅੰਤਰ ਨਹੀਂ ਰਹਿ ਜਾਂਦਾ, ਉਹ ਤੇ ਤੇਰੇ ਨਾਲ ਇੱਕ ਮਿੱਕ ਹੋ ਜਾਂਦੇ ਨੇ। ਹੁਣ ਅੰਤਰ ਕੌਣ ਮਿਟਾਵੇਗਾ? ਜਦ ਤੱਕ ਪਿਆਸ ਹੁੰਦੀ ਹੈ ਨਾ, ਉਦੋਂ ਬੰਦਾ ਪਾਣੀ ਦੀ ਭਾਲ ਕਰਦਾ। ਜਿਹਨੂੰ ਪਿਆਸ ਹੀ ਨਾ ਹੋਵੇ ਉਹ ਕਿੱਥੇ ਭਾਲ ਕਰੇਗਾ? ਜਿਹਨੂੰ ਪਿਆਸ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਜਿਉ ਤਿਰਖਾ ਬੰਤ ਬਿਨ ਨੀਰ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਤਨ ਹਰ ਪਵ ਜਾਣੈ ਮੇਰੇ ਮਨ ਅੰਤਰ ਕੀ ਪੀਰ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਿ ਹਰੀ ਪਰਮਾਤਮਾ ਵਾਹਿਗੁਰੂ ਪਤੀ ਦੇ ਦਰਸ਼ਨਾਂ ਦੀ ਤਾਂਘ ਮੇਰੇ ਅੰਦਰ ਜਾਗੀ ਹੈ। ਮੇਰਾ ਮਨ ਤੜਪਦਾ ਉਹਨੂੰ ਮਿਲਣ ਲਈ, ਤੇ ਮੇਰੇ ਅੰਦਰ ਦੀ ਪੀੜ ਨੂੰ ਕੋਈ ਕੀ ਸਮਝੇਗਾ? ਉਹ ਤੇ ਮੈਂ ਹੀ ਸਮਝਦਾ। ਤੇ ਕਿਹਾ ਨਾ ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਜਿਹੜੀ ਪਤਨੀ ਕਠੋਰ ਹੋ ਚੁੱਕੀ ਹੋਵੇ, ਅੰਦਰੋਂ ਗੜਾ ਬਣੀ ਹੋਵੇ, ਉਹਨੂੰ ਪਤੀ ਵੱਲ ਵਧਣ ਦਾ ਚਾਅ ਨਹੀਂ ਰਹਿ ਜਾਂਦਾ ਅੰਦਰ, ਉਹੋ ਜੀ ਪਿਆਸ ਆਸ ਨਹੀਂ ਹੁੰਦੀ। ਤੇ ਇਹੋ ਜੀ ਕਠੋਰ ਪਤਨੀਆਂ ਭਾਵੇਂ ਸੇਜ ਇੱਕੋ ਹੀ ਹੋਵੇ, ਏਕਾ ਸੇਜ ਵਿਛੀ ਧਨ ਕੰਤਾ ਧਨ ਸੂਤੀ ਫਿਰ ਸਦ ਜਾਗੰਤਾ। ਪਤੀ ਜਾਗ ਰਿਹਾ ਹੋਵੇ, ਉਹ ਮਸਤ ਸੁੱਤੀ ਹੋਵੇ, ਪੀਓ ਮਦਰੋ ਧਨ ਮਤਵੰਤਾ। ਮਸਤ ਹੋਈ ਇਸ ਤਰ੍ਹਾਂ ਸੁੱਤੀ ਹੈ ਜਿਸ ਤਰ੍ਹਾਂ ਸ਼ਰਾਬ ਦੇ ਨਸ਼ੇ 'ਚ ਕੋਈ ਸੁੱਤਾ ਹੁੰਦਾ ਹੈ। ਦੇਖੋ ਸ਼ਰਾਬ ਦਾ ਨਸ਼ਾ ਤੇ ਕਿਤੇ ਉਤਰ ਵੀ ਜਾਂਦਾ ਕੁਝ ਘੰਟਿਆਂ ਬਾਅਦ, ਪਰ ਅਹੰਕਾਰ ਦਾ ਨਸ਼ਾ ਨਹੀਂ ਉਤਰਦਾ। ਤੇ ਕਹਿੰਦੇ ਇਹੋ ਜੀ ਪਤਨੀਆਂ, ਇਸਤਰੀਆਂ ਆਪਣਾ ਜੀਵਨ ਅਜਾਈਂ ਗਵਾ ਲੈਂਦੀਆਂ ਨੇ, ਪਤੀ ਤੋਂ ਸੁੱਖ ਪ੍ਰਾਪਤ ਨਹੀਂ ਕਰ ਪਾਉਂਦੀਆਂ। ਤੇ ਕਿਹੜੀ ਪਤਨੀ ਸੁੱਖ ਪ੍ਰਾਪਤ ਕਰਦੀ ਹੈ? ਸਹਿ ਕੀ ਸਾਰ ਸੁਹਾਗਨ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ, ਤਨ ਮਨ ਦੇ ਨਾ ਅੰਤਰ ਰਾਖੈ। ਸਤਿਗੁਰੂ ਕਹਿ ਰਹੇ ਨੇ ਨਾ ਕਿ ਜਿਨ ਕੋ ਪਿਆਸ ਤੁਮਾਰੀ ਪੀਤਮ ਤਿਨ ਕੋ ਅੰਤਰ ਨਾਹੀ। ਅੰਤਰ ਦਾ ਅਰਥ ਹੁੰਦਾ ਹੈ ਵਿੱਥ। ਅੱਜ ਦੇ ਹਾਲਾਤ, ਕਈ ਵਾਰੀ ਨਾ ਕੁਝ ਵੀਰ ਭੈਣਾਂ ਕਿ ਦਰਬਾਰ ਐਸਾ ਹੈ ਕਿ ਅਜੇ ਹੈਡਗੰਥੀ ਉਹ ਆ ਕੇ ਆਪਣਾ ਦੁੱਖ ਸਾਂਝਾ ਕਰ ਲੈਂਦੇ ਨੇ, ਭਰੋਸਾ ਹੁੰਦਾ ਹੈ ਬੜਾ। ਤੇ ਹਾਲਾਤ ਦੇਖ ਕੇ ਹੈਰਾਨ ਹੁੰਦੇ ਆ ਜਦ ਪਤਾ ਲੱਗਦਾ ਹੈ ਕਿ ਇਕੱਠੇ ਤੁਰਦੇ ਫਿਰਦੇ ਪਤੀ ਪਤਨੀ ਨਜ਼ਰ ਆ ਰਹੇ ਨੇ, ਇੱਕੋ ਘਰ 'ਚ ਰਹਿ ਰਹੇ ਨੇ, ਸਮਾਜ ਬਰਾਦਰੀ ਨੂੰ ਇਹ ਲੱਗਦਾ ਇਕੱਠੇ ਨੇ, ਪਰ ਇੱਕੋ ਘਰ ਦੇ 'ਚ ਰਹਿੰਦਿਆਂ ਹੋਇਆਂ ਇੱਕ ਐਸੀ ਦੀਵਾਰ ਖੜੀ ਹੋ ਗਈ ਜੋ ਨਜ਼ਰ ਨਹੀਂ ਆਉਂਦੀ। ਇੱਕ ਬੈਡਰੂਮ ਦੇ ਵਿੱਚ ਹੁੰਦਿਆਂ ਹੋਇਆਂ ਇੱਕ ਨਹੀਂ ਹਨ, ਇੱਕ ਬੈੱਡ ਤੇ ਹੁੰਦਿਆਂ ਇੱਕ ਨਹੀਂ ਹਨ। ਤੇ ਫਿਰ ਕੀ ਹਾਲਤ ਬਣੀ ਹੈ? ਗੜੇ ਬਣੇ ਨੇ, ਕਠੋਰ ਬਣੇ ਨੇ। ਤੇ ਉਹੀ ਗੱਲ ਹੈ, ਸਤਿਗੁਰੂ ਜੀ ਉਦਾਹਰਣ ਦੇ ਰਹੇ ਨੇ ਕਿ ਸੇਜ ਇੱਕੋ ਹੀ ਹੈ। ਇਹ ਆਤਮਾ ਪਤਨੀ ਤੇ ਪਰਮਾਤਮਾ ਪਤੀ ਜੀ ਇੱਕੋ ਹਿਰਦਾ ਰੂਪੀ ਸੇਜ ਤੇ ਨੇ। ਏਕਾ ਸੇਜ ਵਿਛੀ ਧਨ ਕੰਤਾ ਧਨ ਸੂਤੀ। ਇਹ ਜੀਵ ਇਸਤਰੀ ਇਹ ਮਸਤ ਹੋਈ ਅਹੰਕਾਰ 'ਚ ਸੁੱਤੀ ਹੋਈ ਹੈ। ਫਿਰ ਸਦ ਜਾਗੰਤਾ, ਪਤੀ ਵਾਹਿਗੁਰੂ ਜਾਗ ਰਿਹਾ ਹੈ। ਕਾਸ਼ ਕਿਤੇ ਪੁਕਾਰ ਹੋਵੇ ਤੇ ਵਾਹਿਗੁਰੂ ਬਾਜ ਮਾਰ ਲਵੇ, ਧਨ ਜਾਗੈ ਜੇ ਪਿਰ ਬੋਲੰਤਾ। ਦੇਖੋ ਦੁਨਿਆਵੀ ਤੁਸੀਂ ਨਕਸ਼ਾ ਵੇਖ ਲਓ। ਕਈ ਮੇਰੀ ਭੈਣਾਂ ਬੇਟੀਆਂ, ਭੈਣਾਂ ਦੀ ਹੀ ਗੱਲ ਨਹੀਂ, ਜੀਵ ਇਸਤਰੀ ਪਤੀ ਦੀ, ਕਿਉਂਕਿ ਜੀਵ ਇਸਤਰੀ ਤੇ ਦੋਨਾਂ ਨੂੰ ਸੰਬੋਧਨ ਦਿੱਤਾ ਹੈ। ਕਿਤੇ ਪਤੀ ਅਹੰਕਾਰੀ ਹੈ, ਕਿਤੇ ਪਤਨੀ ਅਹੰਕਾਰੀ ਹੈ, ਝੁਕਣਾ ਹੀ ਨਹੀਂ ਚਾਹੁੰਦੇ। ਕਿੰਨੇ ਘਰ ਨੇ ਐਸੇ
जो गुरु की हजूरी कह रहे हैं, जिस वेले गुरबाणी राही गलबात हुई तो टुटदे घर बच गए। इत्थे बंगला साहब भी ते सीसगंज साहब भी। ये कुछ दिन की ही घटना है। एक नौजवान आया सहजधारी या हिंदू परिवार विचों, ते अखंड पाठ साहब उन्हें रखवाना सी। किसी सिख भरा उहदे मित्र ने उन्हें सलाह दी सी, ते उन्हें जिद की कि अरदास हैडगंथी साहब तो करवानी है। ते मेरे तक गल पुजी भी ऐसा की है। ते जद मैं गया भी अरदास क्यों ग्रंथी सिंह भी कर सकते हैं, पाठी सिंह भी कर सकते हैं। कहते नहीं जी, मैनू सलाह दी गई है कि तुसी जाके अरदास कराओ हैडगंथी साहब तो, ते सीसगंज साहब अखंड पाठ रखवाओ। क्यों रखवाओ? रो पिया। कहता जी कुछ ही साल 3-4 साल होए ने विआह नूं, 1 साल का मेरा पुत्र है, बेटा है, ते मेरी पत्नी रुस के चली गई है, ते हुण डाइवोर्स का नोटिस भी भेज दिता गया है, ते मेरा बच्चा है, मेरी पत्नी है, ते मैनू मेरे मित्र ने सलाह दी है तो अखंड पाठ रखवा ते तेरा घर परिवार बच जाएगा। अखंड पाठ साहब आरंभ करवाया। मैं उन्होंने बुलाया, बैठे, पूछया बच्चे तू गया है पत्नी नू वापस लैन? कहता जी मैं तो जाना चाहता सी, पर घर परिवार वाले रिश्तेदार कहते तू क्यों जावेगा, वो आप गई है तो आप आवे। ते मैं क्या यही कुछ थे, उन्होंने भी कहते होणगे, वो भी आना चाहती होवेगी, पर उन्होंने भी कहते होणगे कि वो लैन आवे। ते तुहाडे झगड़े सब तो ज्यादा नुकसान ते तुहाडे बच्चे दा है। तू एक काम कर, हंकार छड्ड, हौमे छड्ड। गुरबाणी ने क्या हौमे मैल गवाया बलराम जीओ, कि संजोग एवें नहीं बने, अधूरी पंक्ति नहीं। नानक सतगुर तना मिलाया जना धुरे पया संजोग। पहली लाइन है हरनामो मंत दृढ़ाएं दा कट्टे हौमे रोग। संजोग ते तो दरगाह तो बने ने, पर जद हौमे रूपी रोग नहीं होवेगा तां ये निभण गए। एक भेद, एक नुक्ता चंगी तरह समझ लो कि जे किते गलती भावें पति दी भी है, पर तुसी कठोर ना बनो। जे किते गलती पत्नी दी भी है, तुसी कठोर ना बनो। एक बारी पहल जरूर करो, 2 बारी पहल करो। जे इतनी उन्होंने समझ होंदी ते गलती करदा ही क्यों? ते जे कर दित्ती सी ते आप ही माफी मंग लैंदा, पत्नी होवे भावें पति होवे। पर जे उन्होंने नहीं, वो कठोर है, ते तुसी ते कुछ ऐसे छिट्टे मारो कि जिस तरह गड़ा गल के पानी बन जाता है, वह भी हिरदा अंदरों किते पिघल जाए। वो बच्चे नूं कुछ गल समझ आई, उन्हें दूजे दिन अपने माँ बाप तो किसे तो नहीं पुछया, ते वो पुज गया उत्थे। ज्यों पुजया, वो पत्नी तो जिस तरह इंतजार च बैठी सी, कुछ कहा भी नहीं। उन्हें अपना बैग तैयार किया, लोग वाजा मारते रह गए, तो पति नाल तुर के आ गई। इकट्ठे आए, दास भी हैरान होया। गल की है कि जिहड़ी ईगो है ना, ये रोज बड़े घर बर्बाद कर रही है, रोज बड़े घर टुट रहे हैं। ते पति पत्नी ते की साडा गुरु नाल रिश्ता खराब कर देंदी है ईगो प्रॉब्लम। ये परमात्मा वाहिगुरू नाल रिश्ता साडा खराब कर देंदी है। किहो जी पत्नियां हुंदियां सन जिन्हां दे उदाहरण दिते ने कि पंत निहारे कामनी लोचन भरी लेव सासा, पग ना खिसा उर ना भेजा हर दर्शन की आसा। कहते कोई समा हुंदा सी, उदों दा उदाहरण दिता है, ना तो फोन होंदे सन, ना मीडिया होंदा सी। अज ते वो जे हालात भी नहीं रह गए। समुंदर पार पति बैठा है, ते वीडियो कॉल हो रही है, वेख रहे हो सब कुछ। पर पहला चिट्ठियां दे च भावनावां भी लिखियां जांदियां सन। खैर मुकदी गल कि जे पति चला गया हुंदा सी ना, विछोड़ा पैंदा सी। अज दे शब्द विच जिहड़ी विछोड़े दी गल है, वो सानूं समझाउंदी है कि विछोड़ा की हुंदा है। उन्होंने कोई आस नहीं सी हुंदी, चिट्ठियां भी नहीं सन आउंदियां, महीने बीत जाते सन। एक कोई आस हुंदी सी भी वो महीने बीत गए ने
ਤੇ ਰਾਹ ਹੈ ਇੱਥੋਂ ਪਿੰਡ ਵੱਲ ਆਉਣਾ ਮੇਰੇ ਪਤੀ ਨੇ। ਉਹਨੇ ਰੋਜ਼ ਜਾ ਕੇ ਪਤਨੀ ਨੇ ਉੱਥੇ ਖੜੇ ਹੋ ਜਾਣਾ। ਉਹਦਾ ਹਿਰਦਾ ਅੱਕਦਾ ਨਹੀਂ, ਉਹਦੇ ਪੈਰ ਥੱਕਦੇ ਨਹੀਂ, ਉਹਦੀ ਅੱਖਾਂ ਹੰਝੂਆਂ ਨਾਲ ਭਰੀਆਂ ਹੁੰਦੀਆਂ ਨੇ, ਲੰਮੇ ਹੌਕੇ ਭਰਦੀ ਹੈ, ਪਰ ਰੋਜ਼ ਜਾ ਕੇ ਰਾਹ ਵੇਖਦੀ ਹੈ। ਵਾਹਿਗੁਰੂ ਭਾਗ ਲਾਉਂਦਾ ਹੈ ਉਹਦੇ ਇੰਤਜ਼ਾਰ ਨੂੰ, ਤੇ ਇੱਕ ਦਿਨ ਪਤੀ ਆ ਜਾਂਦਾ ਹੈ। ਬਿਲਕੁਲ ਇਹ ਗੱਲ ਸਤਿਗੁਰੂ ਸਮਝਾ ਰਹੇ ਨੇ ਕਿ ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਜਾਂਦਾ ਹੈ, ਵਿਛੋੜੇ 'ਚ ਜੀਂਦੀਆਂ ਨੇ, ਉਹਨਾਂ ਪਤਨੀਆਂ ਦੀ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ। ਪਰ ਜਿਨ੍ਹਾਂ ਨੂੰ ਪਤੀ ਮਿਲ ਜਾਂਦਾ ਹੈ, ਸਾਹਿਬ ਕਹਿੰਦੇ ਜਿਨ ਕੋ ਬਿਸਰੈ ਮੇਰੋ ਰਾਮ ਪਿਆਰਾ ਸੇ ਮੂਵੇ ਮਰ ਜਾਹੀ, ਉਹਨਾਂ ਪਤਨੀਆਂ ਦੀ ਹਾਲਤ ਤੇ ਮੁਰਦੇ ਵਾਂਗ ਹੋ ਜਾਂਦੀ ਹੈ। ਪਰ ਜਿਨ੍ਹਾਂ ਨੂੰ ਪਿਆਰੇ ਪ੍ਰੀਤਮ ਨਾਲ ਪਿਆਰ ਹੁੰਦਾ ਏ, ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤਿਨ ਕੋ ਅੰਤਰ ਨਾਹੀ, ਉਹ ਕੋਈ ਵਿਥ ਨਹੀਂ ਰੱਖਦੀਆਂ। ਉਹਨਾਂ ਨੂੰ ਤੇ ਕੋਈ ਤੋੜਨਾ ਵੀ ਚਾਹਵੇ ਨਾ, ਤੇ ਬੜੇ ਕਮਾਲ ਦੇ ਬਚਨ ਨੇ, ਕਹਿੰਦੇ ਤਨ ਮਨ ਦੇ ਨਾ ਅੰਤਰ ਰਾਖੇ, ਔਰਾ ਦੇਖ ਨਾ ਸੁਣਿਆ ਭਾਖੇ। ਜੇ ਪਤੀ ਤੋਂ ਤੋੜਨ ਲਈ ਲੋਕ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਕੰਨ ਭਰਦੇ ਨੇ, ਉਹਦੇ ਬਾਰੇ ਬਹੁਤ ਕੁਝ ਕਹਿੰਦੇ ਨੇ, ਇਲਜ਼ਾਮ ਲਾਉਂਦੇ ਨੇ। ਪਤਾ ਕੌਣ ਲਾਵੇਗਾ? ਜਿਹੜਾ ਝੂਠ ਕਹੇਗਾ ਨਾ, ਉਹ ਨਾਲ ਹੀ ਇੱਕ ਗੱਲ ਕਹਿ ਦੇਗਾ, ਮੇਰਾ ਨਾਮ ਨਾ ਲੈਣਾ। ਹੁਣ ਅਗਲੀ ਦੀ ਵੀ ਕਈ ਮਜਬੂਰੀਆਂ ਹੋ ਜਾਂਦੀਆਂ ਨੇ, ਉਹ ਅੱਗੇ ਨਾਮ ਤਾਂ ਨਹੀਂ ਲਏਗੀ, ਪਰ ਜੋ ਕੁਝ ਗੰਦ ਮੰਦ ਉਹਦੇ ਅੰਦਰ ਟਿਕਾਇਆ ਜਾਵੇਗਾ ਨਾ, ਉਹਨੂੰ ਐਕਸੈਪਟ ਕਰਦੀ ਜਾਵੇਗੀ, ਅੰਦਰ ਉਤਾਰਦੀ ਜਾਵੇਗੀ, ਤੇ ਉਹਦੇ ਕਰਕੇ ਫਿਰ ਵਿੱਥ ਬਣਦੀ ਜਾਵੇਗੀ ਪਤੀ ਤੋਂ, ਪਤਨੀ ਤੋਂ। ਪਰ ਸਾਹਿਬ ਕਹਿੰਦੇ ਜਿਹੜੀ ਪਤਨੀ ਸਮਝਦਾਰ ਹੈ, ਉਹ ਕਿਸੇ ਦੀ ਗੱਲ ਉੱਤੇ ਕੰਨ ਨਹੀਂ ਧਰਦੀ। ਤਨ ਮਨ ਦੇ ਨਾ ਅੰਤਰ ਰੱਖ ਕੇ ਔਰਾ ਦੇਖਣਾ ਸੁਣਿਆ ਭਾਗੇ। ਤੇ ਸਾਹਿਬ ਉਹ ਗੱਲ ਕਹਿ ਰਹੇ ਨੇ ਕਿ ਇੱਥੇ ਵਿੱਥ ਰਹਿੰਦੀ ਹੀ ਨਹੀਂ ਹੈ। ਮਨ ਤਨ ਰਵ ਰਹਾ ਜਗਦੀਸ਼ਰ ਪੇਖਤ ਸਦਾ ਹਜ਼ੂਰੇ। ਕਹਿੰਦੇ ਉਹਨਾਂ ਦੇ ਤੇ ਮਨ ਵਿੱਚ, ਤਨ ਵਿੱਚ ਵਾਹਿਗੁਰੂ ਉਹ ਜਗਤ ਦਾ ਮਾਲਕ ਅੰਦਰ ਵਸ ਜਾਂਦਾ ਹੈ। ਪੇਖਤ ਸਦਾ ਹਜ਼ੂਰੇ, ਉਹ ਤੇ ਹਰ ਵੇਲੇ ਵਾਹਿਗੁਰੂ ਨੂੰ ਸਾਹਮਣੇ ਵੇਖਦੇ ਨੇ। ਜਿਨ੍ਹਾਂ ਨੇ ਵੇਖਣਾ ਚਾਹਿਆ ਨਾ, ਉਹਨਾਂ ਨੇ ਸਰੀਰ ਤੇ ਟੋਟੇ ਕਰਵਾ ਲਏ, ਪਰ ਮੂੰਹ ਨਾ ਮੋੜਿਆ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਨਾ, ਕਰਵਤ ਭਲਾ ਨਾ ਕਰਵਟ ਤੇਰੀ। ਐ ਪਤੀ ਵਾਹਿਗੁਰੂ, ਮੇਰੇ ਸਿਰ ਉੱਤੇ ਆਰਾ ਬੇਸ਼ੱਕ ਚਲ ਜਾਵੇ, ਪਰ ਤੂੰ ਕਰਵਟ ਨਾ ਦਵੀਂ। ਤੇ ਆਵਾਜ਼ ਆਈ, ਸੌਖੀ ਖੇਡ ਨਹੀਂ ਸੱਜਣਾ, ਆਰਾ ਚੱਲ ਵੀ ਸਕਦਾ ਹੈ। ਤੇ ਇਸ ਪ੍ਰੇਮ ਦੇ ਖਿਡਾਰੀ ਨੇ ਕਿਹਾ ਸੀ, ਜੋ ਤਨ ਚੀਰ ਹੈ ਤੋ ਅੰਗ ਨਾ ਮੋਰੋਂ, ਪਿੰਡ ਪਰ ਹੈ ਤੋ ਪ੍ਰੀਤ ਨਾ ਤੋੜੋਂ। ਜੇ ਆਰੇ ਨਾਲ ਚੀਰ ਵੀ ਦਿੱਤਾ ਗਿਆ ਨਾ, ਮੂੰਹ ਨਹੀਂ ਮੋੜਾਂਗਾ, ਪ੍ਰੀਤ ਨਹੀਂ ਤੋੜਾਂਗਾ। ਤੇ ਭਾਈ ਮਤੀ ਦਾਸ ਜੀ ਨੇ ਕਰਕੇ ਵਿਖਾ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਸਾਹਮਣੇ ਤੁਸੀਂ ਹੋ, ਮੂੰਹ ਮੇਰਾ ਤੁਹਾਡੇ ਵੱਲ ਹੋਵੇ, ਭਾਵੇਂ ਆਰਾ ਚੱਲ ਜਾਵੇ। ਤੇ ਆਰਾ ਚਲਿਆ। ਦੋਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰਤੀਰ। ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ। ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜਸਾਂ, ਤੇਰੇ ਦੀਨ ਨਹੀਂ ਲੋੜ। ਆਰਾ ਮੈਨੂੰ ਭਾਵਦਾ ਕਾਰਾ ਕਰੋ ਬਨਾਏ, ਸੀਸ ਜਾਏ ਤਾਂ ਜਾਣ ਦੇ ਮੇਰਾ ਸਿੱਖੀ ਸਦਕ ਨਾ ਜਾਏ। ਤੇ ਅੱਜ ਦਾ ਸਿੱਖੀ ਸਿਦਕ ਕਿੱਥੇ ਗਿਆ? ਅੱਜ ਕਿਉਂ ਬੱਚੇ ਨੌਜਵਾਨ ਛੇਤੀ ਕੇਸ ਕਤਲ ਕਰਵਾ ਲੈਂਦੇ ਨੇ? ਘਰਾਂ ਵਿੱਚ ਕਿਉਂ ਇਤਨੀ ਵਿਥਾਂ ਨੇ? ਕਿਉਂ ਪਤੀ ਪਤਨੀ ਚ ਤਰੇੜਾਂ ਨੇ? ਕਿਉਂ ਪਿਓ ਪੁੱਤਰ ਵਿੱਚ? ਕਿਉਂ ਭਰਾਵਾਂ ਵਿੱਚ, ਭੈਣਾਂ ਵਿੱਚ? ਕਿਉਂਕਿ ਅਸੀਂ ਵਾਹਿਗੁਰੂ ਤੋਂ ਵਿਥ ਬਣਾਈ। ਅਸੀਂ ਗੁਰੂ ਤੋਂ ਦੂਰ ਹੋਏ ਤੇ ਸਾਡੇ ਰਿਸ਼ਤੇ ਸਾਡੇ ਤੋਂ ਦੂਰ ਹੁੰਦੇ ਗਏ। ਅਖੀਰ ਚ ਸਾਹਿਬ ਨੇ ਗੱਲ ਮੁਕਾ ਦਿੱਤੀ, ਰਬ ਰਹਿਓ ਸਭ ਅੰਤਰ, ਸਰਬ ਰਹਾ ਭਰਪੂਰੇ। ਉਹ ਮਾਲਕ ਵਾਹਿਗੁਰੂ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ।
ਤੇ ਉਹ ਮੇਰੇ ਅੰਦਰ ਵੀ ਵਸਿਆ ਏ। ਸਾਹਿਬ ਨੇ ਕਿਹਾ, ਜਿੱਥੋਂ ਆਪਾਂ ਨੇ ਵਿਚਾਰ ਆਰੰਭ ਕੀਤੀ ਸੀ, ਸਫਲ ਸਫਲ ਭਈ ਸਫਲ ਯਾਤਰਾ, ਆਮਣ ਜਾਣ ਰਹੇ ਮਿਲੇ ਸਾਦਾ। ਗੁਰੂ ਕਿਰਪਾ ਕਰੇ, ਗੁਰੂ ਹਰਿ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਜੋ 7 ਫਰਵਰੀ ਨੂੰ ਆ ਰਿਹਾ ਹੈ, ਯਤਨ ਕਰੋ ਹਰ ਗੁਰਦੁਆਰੇ ਹਰ ਜਗ੍ਹਾ ਇਹਨੂੰ ਵੱਧ ਚੜ੍ਹ ਕੇ ਮਨਾਓ। ਐਸਾ ਨਾ ਹੋਵੇ ਕਿ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਤੇ ਵੱਡੇ ਪੱਧਰ ਤੇ ਮਨਾਈਏ, ਤੇ ਗੁਰੂ ਹਰਿ ਸਾਹਿਬ ਜੀ ਉਹੋ ਜਿਹੇ ਗੁਰੂ ਨਹੀਂ ਹਨ। ਨਹੀਂ, ਆਪ ਉਹ ਵੀ ਗੁਰੂ ਨਾਨਕ ਨੇ ਹੱਕ ਪਰਵਰ ਹੱਕ ਕੇਸ਼, ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼, ਗੁਰੂ ਕਰਤਾ ਹਰ ਰਾਏ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ, ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ ਤੇ ਸਭ ਲਈ ਅਰਦਾਸ ਹੈ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ, ਹਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।